ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਤੇ ਮੈਂ ਸੁਰਪੇ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬੇਸ਼ਾਨ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। DHS ਨੇ ਅਮਰੀਕਾ ਤੋਂ 1.5 ਮਿਲੀਅਨ ਤੋਂ ਵੱਧ ਗੈਰ ਕਾਨੂੰਨੀ ਪਰਦੇਸੀਆਂ ਨੂੰ ਹਟਾਇਆ। ਟਰੰਪ ਦੀ ਪ੍ਰਵਾਸੀਆਂ ਵਿਰੁੱਧ ਵਧੇਰੇ ਹਮਲਾਵਰ ਕਾਰਵਾਈ ਲਈ ਬਾਰਡਰ ਪੈਟਰੋਲ ਅਧਿਕਾਰੀਆਂ ਨੂੰ ਨਿਯੁਕਤ ਕਰਨ ਦੀ ਯੋਜਨਾ। ਸ਼ਟਡਾਊਨ ਕਾਰਨ ਅਮਰੀਕਾ ਦੇ ਹੋਏ ਬੁਰੇ ਹਾਲ, ਵੱਡੀ ਗਿਣਤੀ 'ਚ ਫਲਾਈਟਾਂ ਹੋ ਰਹੀਆਂ ਪ੍ਰਭਾਵ। ਅਦਾਲਤ ਵੱਲੋਂ ਕੈਂਸਰ ਨਾਲ ਪੀੜਿਤ ਧੀ ਦੇ ਪ੍ਰਵਾਸੀ ਪਿਤਾ ਦੀ ਗ੍ਰਿਫਤਾਰ ਗੈਰ ਕਾਨੂੰਨੀ ਕਰਾਰ। ਡੋਨਾਲਡ ਟਰੰਪ ਤੀਜੀ ਵਾਰ ਵੀ ਰਾਸ਼ਟਰਪਤੀ ਬਣਨ ਨੂੰ ਤਿਆਰ, ਕਿਹਾ ਮੈਂ ਸਰੀਰਕ ਤੇ ਮਾਨਸਿਕ ਤੌਰ ਤੇ ਸਮਰੱਥ ਹਾਂ। ਮਸ਼ਹੂਰ ਕਾਰੋਬਾਰੀ ਅਤੇ ਸਮਾਜ ਸੇਵੀ ਦਾ ਗੋਲੀ ਮਾਰ ਕੇ ਕਤਲ, ਜਾਂਚ ਦੌਰਾਨ 3 ਸਕੂਲ ਹੋਏ ਬੰਦ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਯਾਨੀ DHS ਨੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਗ੍ਰਹਿ ਸੁਰੱਖਿਆ ਸਕੱਤਰ ਕ੍ਰਿਸਟੀ ਨੋਏਮ ਦੀ ਅਗਵਾਈ ਹੇਠ 5,27,000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਟਾਏ ਜਾਣ ਦੇ ਰਿਕਾਰਡ ਤੋੜ ਅੰਕੜਿਆਂ ਦਾ ਐਲਾਨ ਕੀਤਾ। ਟਰੰਪ ਪ੍ਰਸ਼ਾਸਨ ਇਤਿਹਾਸਕ ਰਿਕਾਰਡ ਤੋੜਨ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦੇ ਤੇ ਵਾਪਸ ਆਉਣ ਤੋਂ ਬਾਅਦ ਪਹਿਲੇ ਸਾਲ ਦੇ ਅੰਤ ਤੱਕ ਲਗਭਗ 6 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। 20 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਛੱਡ ਚੁੱਕੇ ਹਨ, ਜਿਨ੍ਹਾਂ ਵਿੱਚ 1.6 ਮਿਲੀਅਨ ਸ਼ਾਮਲ ਹਨ ਜਿਨ੍ਹਾਂ ਨੇ ਸਵੈ ਇੱਛਾ ਦੇ ਨਾਲ ਸਵੈ ਦੇਸ਼ ਨਿਕਾਲਾ ਦਿੱਤਾ ਅਤੇ 5,27,000 ਤੋਂ ਵੱਧ ਦੇਸ਼ ਨਿਕਾਲੇ ਹਨ। ਇਹ ਸਭ ਬਿਆਨ ਜੋ ਹੈ ਸਹਾਇਕ ਸਕੱਤਰ ਟ੍ਰਿਸਟੀਆ ਨੇ ਕਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ। ਰਾਸ਼ਟਰਪਤੀ ਟਰੰਪ ਅਤੇ ਸਕੱਤਰ ਨੋਏਮ ਨੇ ਇੱਕ ਅਜਿਹੀ ਏਜੰਸੀ ਨੂੰ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਪਿਛਲੇ 4 ਸਾਲਾਂ ਤੋਂ ਆਪਣਾ ਕੰਮ ਕਰਨ ਤੋਂ ਰੋਕਿਆ ਗਿਆ ਸੀ। ਕਾਰਕੁਨ ਜੱਜਾਂ ਦੇ ਇਤਿਹਾਸਕ ਹੁਕਮਾਂ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਧਮਕੀਆਂ ਦੇ ਬਾਵਜੂਦ DHS, ICE ਅਤੇ CBP ਨੇ ਨਾ ਸਿਰਫ ਸਰਹੱਦ ਬੰਦ ਕਰ ਦਿੱਤੀ ਹੈ, ਸਗੋਂ ਰਾਸ਼ਟਰਪਤੀ ਟਰੰਪ ਦੇ ਸਾਡੇ ਦੇਸ਼ ਤੇ ਹਮਲਾ ਕਰਨ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਅਤੇ ਦੇਸ਼ ਨਿਕਾਲਾ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਇਤਿਹਾਸਕ ਕਦਮ ਚੁੱਕੇ ਹਨ। ਪਨਾਮਾ ਦੇ ਡੈਰੀਅਨ ਗੈਪ ਰਾਹੀਂ ਪ੍ਰਵਾਸ 99.99% ਘਟ ਗਿਆ ਹੈ, ਯਾਨੀ ਕਿ 99% ਇਸ ਵਿੱਚ ਘਟ ਗਿਆ ਹੈ। ਦੰਗਾਕਾਰੀਆਂ ਅਤੇ ਪਨਾਹਗਾਹਾਂ ਵਾਲੇ ਸਿਆਸਤਦਾਨਾਂ ਨੇ ICE ਜਾਂ CBP ਨੂੰ ਉਹਨਾਂ ਲੋਕਾਂ ਤੋਂ ਮਾਤ ਭੂਮੀ ਦੀ ਰੱਖਿਆ ਕਰਨ ਦੇ ਆਪਣੇ ਮਿਸ਼ਨ ਵਿੱਚ ਨਹੀਂ ਰੋਕਿਆ ਜਿਨ੍ਹਾਂ ਨੂੰ ਅਮਰੀਕਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਦਿਨ ਬ ਦਿਨ DHS ਕਾਨੂੰਨ ਲਾਗੂ ਕਰਨ ਵਾਲੇ ਅਮਰੀਕੀ ਭਾਈਚਾਰਿਆਂ ਤੋਂ ਸਭ ਤੋਂ ਭੈੜੇ ਅਪਰਾਧੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਟਾ ਰਹੇ ਹਨ, ਜਿਨ੍ਹਾਂ ਵਿੱਚ ਕਾਤਲ, ਬਲਾਤਕਾਰੀ, ਇਸ ਤੋਂ ਇਲਾਵਾ ਨਸ਼ੀਲੇ ਪਦਾਰਥ ਵੇਚਣ ਵਾਲੇ ਅਤੇ ਹੋਰ ਵੀ ਅਪਰਾਧੀ ਸ਼ਾਮਲ ਹਨ। ICE ਦੀਆਂ 70% ਗ੍ਰਿਫਤਾਰੀਆਂ ਅਪਰਾਧੀ ਗੈਰ ਕਾਨੂੰਨੀ ਪ੍ਰਵਾਸੀਆਂ ਦੀਆਂ ਹਨ ਜਿਨ੍ਹਾਂ ਤੇ ਅਮਰੀਕਾ ਵਿੱਚ ਕਿਸੇ ਅਪਰਾਧ ਦਾ ਦੋਸ਼ ਲਗਾਇਆ ਗਿਆ ਜਾਂ ਦੋਸ਼ੀ ਠਹਿਰਾਇਆ ਗਿਆ ਹੈ। ਇਸ ਤੋਂ ਇਲਾਵਾ ਗੈਰ ਕਾਨੂੰਨੀ ਪ੍ਰਵਾਸੀ CBP ਹੋਮ ਐਪ ਨਾਲ ਆਪਣੇ ਜਾਨ ਦਾ ਕੰਟਰੋਲ ਲੈ ਸਕਦੇ ਹਨ। ਸੰਯੁਕਤ ਰਾਜ ਅਮਰੀਕਾ ਹੁਣ ਗੈਰ ਕਾਨੂੰਨੀ ਪ੍ਰਵਾਸੀ ਨੂੰ $1,000 ਅਤੇ ਸਵੈ ਦੇਸ਼ ਨਿਕਾਲੇ ਲਈ ਇੱਕ ਮੁਫਤ ਉਡਾਨ ਦੀ ਪੇਸ਼ਕਸ਼ ਵੀ ਕਰ ਰਿਹਾ ਹੈ। ਸੋ ਇੱਥੇ ਗੈਰ ਕਾਨੂੰਨੀ ਤੌਰ ਤੇ ਰਹਿਣ ਵਾਲੇ ਹਰ ਵਿਅਕਤੀ ਨੂੰ ਇਸ ਪੇਸ਼ਕਸ਼ ਦਾ ਫਾਇਦਾ ਉਠਾਉਣ ਅਤੇ ਅਮਰੀਕੀ ਸੁਪਨੇ ਨੂੰ ਜਿਉਣ ਦੇ ਲਈ ਸਹੀ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਾਪਸ ਆਉਣ ਦਾ ਮੌਕਾ ਰਾਖਵਾ ਰੱਖਣ ਲਈ ਉਤਸ਼ਾਹਿਤ ਕਰਦੇ ਹਾਂ। ਜੇਕਰ ਨਹੀਂ ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਵਾਪਸ ਜਾਣ ਦੇ ਮੌਕੇ ਤੋਂ ਬਿਨਾਂ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਘਰੇਲੂ ਸੁਰੱਖਿਆ ਵਿਭਾਗ ਦੇ 2 ਅਧਿਕਾਰੀਆਂ, ਇੱਕ ਸਾਬਕਾ DHS ਅਧਿਕਾਰੀ ਅਤੇ ਇੱਕ ਸੰਘੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦੇ ਅਨੁਸਾਰ ਟਰੰਪ ਪ੍ਰਸ਼ਾਸਨ ਰੋਜ਼ਾਨਾ ਗ੍ਰਿਫਤਾਰੀਆਂ ਦੀ ਗਤੀ ਨਾਲ ਵੱਧ ਰਹੀ ਨਿਰਾਸ਼ਾ ਦੇ ਵਿਚਕਾਰ ਆਪਣੇ ਸਾਮੂਹਿਕ ਦੇਸ਼ ਨਿਕਾਲੇ ਦੇ ਯਤਨਾਂ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਵਿੱਚ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੇ ਕੁਝ ਖੇਤਰੀ ਨੇਤਾਵਾਂ ਨੂੰ ਬਾਰਡਰ ਪੈਟਰੋਲ ਅਧਿਕਾਰੀਆਂ ਨਾਲ ਬਦਲਣ ਦੀ ਯੋਜਨਾ ਬਣਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੋਟੀ ਦੇ ਸਹਿਯੋਗੀਆਂ ਨੇ ਗ੍ਰਿਫਤਾਰੀਆਂ ਨੂੰ ਸੁਰੱਖਿਅਤ ਕਰਨ ਲਈ ਬਾਰਡਰ ਪੈਟਰੋਲ ਦੀਆਂ ਵਧੇਰੇ ਹਮਲਾਵਰ ਰਣਨੀਤੀਆਂ ਦਾ ਸਵਾਗਤ ਕੀਤਾ ਹੈ, ਜਿਵੇਂ ਕਿ ਬਲੈਕ ਹੌਕ ਹੈਲੀਕਾਪਟਰਸ ਤੋਂ ਅਪਾਰਟਮੈਂਟ ਬਿਲਡਿੰਗਸ ਵਿੱਚ ਰੈਪਲਿੰਗ ਕਰਨਾ ਅਤੇ ਹੋਮ ਡਿਪੂ ਪਾਰਕਿੰਗ ਸਥਾਨਾਂ ਵਿੱਚ ਕਿਰਾਏ ਦੇ ਟਰੱਕਾਂ ਤੋਂ ਛਾਲ ਮਾਰਨਾ, ਕਿਉਂਕਿ ਉਹ ICE ਤੋਂ ਨਿਰਾਸ਼ ਹੋ ਗਏ ਸਨ। ਸੋ ਮਾਨਸਿਕਤਾ ਇਹ ਹੈ ਕਿ CBP ਉਹੀ ਕਰਦਾ ਹੈ ਜੋ ਉਹਨਾਂ ਨੂੰ ਕਿਹਾ ਜਾਂਦਾ ਹੈ ਅਤੇ ਪ੍ਰਸ਼ਾਸਨ ਸੋਚਦਾ ਹੈ ਕਿ ICE ਕੰਮ ਨਹੀਂ ਕਰ ਰਿਹਾ। DHS ਦੇ ਇੱਕ ਅਧਿਕਾਰੀ ਨੇ ਇਹ ਕਿਹਾ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਕਿ
ਤਾਂ ਸੀਬੀਪੀ ਇਹ ਕਰੇਗਾ ਜੋ ਵੀ ਹੁਕਮ ਜਾਰੀ ਹੋਣਗੇ। ਸੋ 2 DHS ਅਧਿਕਾਰੀਆਂ, ਸਾਬਕਾ DHS ਅਧਿਕਾਰੀ ਅਤੇ ਸੰਘੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੇ ਇਹ ਕਿਹਾ ਕਿ ਵਾਈਟ ਹਾਊਸ ਨੇ ਘੱਟੋ-ਘੱਟ 1 ਦਰਜਨ ਆਈਸ ਫੀਲਡ ਅਫਸਰਾਂ ਦੀ ਸੂਚੀ ਤੇ ਦਸਤਖਤ ਕਰ ਦਿੱਤੇ ਹਨ, ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਦੁਬਾਰਾ ਨਿਯੁਕਤ ਕੀਤਾ ਜਾਣਾ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਵਿੱਚੋਂ ਘੱਟੋ-ਘੱਟ ਅੱਧੇ ਨੂੰ ਬਾਰਡਰ ਪੈਟਰੋਲ ਅਧਿਕਾਰੀਆਂ ਨਾਲ ਬਦਲਿਆ ਜਾਵੇਗਾ। ਆਈਸ ਦੇ ਦੇਸ਼ ਭਰ ਵਿੱਚ 25 ਫੀਲਡ ਦਫ਼ਤਰ ਹਨ, ਇਸ ਲਈ ਇਹ ਕਦਮ ਏਜੰਸੀ ਦੇ ਲਗਭਗ ਅੱਧੇ ਨੇਤਾਵਾਂ ਨੂੰ ਬਦਲ ਸਕਦਾ ਹੈ। ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਇਮੀਗ੍ਰੇਸ਼ਨ ਗ੍ਰਿਫਤਾਰੀਆਂ ਦੀਆਂ ਕੁਝ ਸਭ ਤੋਂ ਭਿਆਨਕ ਤਸਵੀਰਾਂ ਦੇ ਪਿੱਛੇ ਬਾਰਡਰ ਪੈਟਰੋਲ ਦਾ ਹੱਥ ਰਿਹਾ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਸ਼ਿਕਾਗੋ 'ਚ ਬਾਰਡਰ ਪੈਟਰੋਲ ਏਜੰਟਾਂ ਨੇ ਇੱਕ ਬਲੈਕ ਹੋਕ ਹੈਲੀਕਾਪਟਰ ਤੋਂ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਰੈਪਲ ਕੀਤਾ ਜਦੋਂ ਪਰਿਵਾਰ ਸੁੱਤਾ ਪਿਆ ਸੀ। ਪਿਛਲੇ ਹਫਤੇ ਸ਼ਿਕਾਗੋ ਤੋਂ ਬੋਵੀਨੋ ਵੱਲੋਂ ਭੀੜ ਵਿੱਚ ਗੈਸ ਕੈਨਿਸਟਰ ਸੁੱਟਣ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਸੀ। ਅਮਰੀਕਾ ਵਿੱਚ ਫੈਡਰਲ ਸਰਕਾਰ ਦੇ ਸ਼ਟਡਾਊਨ ਦੌਰਾਨ 에ਅਰ ਟ੍ਰੈਫਿਕ ਕੰਟਰੋਲਸ ਦੀ ਕਮੀ ਕਾਰਨ ਹਵਾਈ ਯਾਤਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਦੱਖਣੀ ਕੈਲੀਫੋਰਨੀਆ ਦੀ ਇੱਕ 에ਅਰ ਟ੍ਰੈਫਿਕ ਸੁਵਿਧਾ ਕੇਂਦਰ ਵਿੱਚ ਸਟਾਫ ਦੀ ਘਾਟ ਕਾਰਨ ਲਾਸ ਏਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਆਉਣ ਵਾਲੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ ਸੀ। FAA ਨੇ ਇਹ ਵੀ ਦੱਸਿਆ ਕਿ ਸ਼ਿਕਾਗੋ, ਵਾਸ਼ਿੰਗਟਨ ਅਤੇ ਨਿਊਯਾਰਕ, ਨਿਊ ਜਰਸੀ ਵਿੱਚ ਵੀ ਸਟਾਫ ਦੀ ਕਮੀ ਕਾਰਨ ਫਲਾਈਟਾਂ 'ਚ ਦੇਰੀ ਦੇਖਣ ਨੂੰ ਮਿਲੀ ਹੈ। ਅਮਰੀਕਾ ਦੇ ਟਰਾਂਸਪੋਰਟੇਸ਼ਨ ਸਕੱਤਰ ਨੇ ਸਰਕਾਰ ਦੇ ਬੰਦ ਦੌਰਾਨ ਪਾਇਲਟਸ ਅਤੇ 에ਅਰ ਟ੍ਰੈਫਿਕ ਕੰਟਰੋਲਰਸ ਦੇ ਤਨਖਾਹ ਤੋਂ ਬਿਨਾਂ ਕੰਮ ਕਰਨ ਕਾਰਨ ਆਉਣ ਵਾਲੇ ਦਿਨਾਂ ਵਿੱਚ ਹੋਰ ਉਡਾਨਾਂ ਵਿੱਚ ਦੇਰੀ ਅਤੇ ਰੱਦ ਹੋਣ ਦੀ ਭਵਿੱਖਬਾਣੀ ਕੀਤੀ ਸੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਪੈਸੇ ਦੀ ਚਿੰਤਾ ਅਤੇ ਪਹਿਲਾਂ ਤੋਂ ਹੀ ਤਣਾਅਪੂਰਨ ਕੰਮ ਦੇ ਬੋਝ ਕਾਰਨ ਹੋਰ ਕੰਟਰੋਲਰ ਛੁੱਟੀ ਲੈ ਰਹੇ ਹਨ। ਉਹਨਾਂ ਨੇ ਕਿਹਾ ਕਿ ਕੱਲ ਹੀ ਸਾਡੇ ਕੋਲ 22 ਸਟਾਫਿੰਗ ਟ੍ਰਿਗਰ ਸਨ। ਜਦੋਂ ਤੋਂ ਸ਼ਟਡਾਊਨ ਹੋਇਆ ਹੈ, ਇਹ ਸਿਸਟਮ ਵਿੱਚ ਦੇਖੇ ਗਏ ਸਭ ਤੋਂ ਵੱਡੇ ਅੰਕੜਿਆਂ ਵਿੱਚੋਂ ਇੱਕ ਹੈ ਅਤੇ ਇਹ ਸੰਕੇਤ ਹੈ ਕਿ ਕੰਟਰੋਲਰ ਹੁਣ ਥੱਕ ਰਹੇ ਹਨ। FAA ਨੇ ਪੁਸ਼ਟੀ ਕੀਤੀ ਕਿ ਲਾਸ ਏਂਜਲਸ ਲਈ ਜਾਣ ਵਾਲੀਆਂ ਉਡਾਨਾਂ ਨੂੰ ਉਹਨਾਂ ਦੇ ਸ਼ੁਰੂਆਤੀ ਹਵਾਈ ਅੱਡਿਆਂ ਤੇ ਸਵੇਰੇ 11:42 ਤੇ ਰੋਕ ਦਿੱਤਾ ਗਿਆ ਸੀ ਅਤੇ ਇਹ ਗਰਾਊਂਡ ਸਟਾਪ ਦੁਪਹਿਰ 1:30 ਵਜੇ ਚੁੱਕ ਲਿਆ ਗਿਆ ਸੀ। ਹਾਲਾਂਕਿ ਉਡਾਨਾਂ ਦੀ ਟਰੈਕਿੰਗ ਕਰਨ ਵਾਲੀ ਵੈਬਸਾਈਟ ਫਲਾਈਟ ਅਵੇਅਰ ਦੇ ਅਨੁਸਾਰ LAX ਤੇ ਇਸ ਰੋਕ ਦਾ ਕੋਈ ਵੱਡਾ ਪ੍ਰਭਾਵ ਨਹੀਂ ਪਿਆ। ਇਸ ਦੀ ਬਜਾਏ ਡਲਾਸ ਫੋਰਟ ਵਰਥ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਡਲਾਸ ਲਵਫੀਲਡ ਹਵਾਈ ਅੱਡੇ ਤੇ ਮੌਸਮ ਅਤੇ ਸਾਜੋ ਸਮਾਨ ਦੇ ਮੁੱਦਿਆਂ ਕਾਰਨ ਜ਼ਿਆਦਾ ਦੇਰੀ ਹੋਈ। ਇੱਕ ਸੰਘੀ ਜੱਜ ਨੇ ਸ਼ਿਕਾਗੋ ਦੇ ਇੱਕ ਪ੍ਰਵਾਸੀ ਜਿਸ ਦੀ 16 ਸਾਲਾਂ ਦੀ ਧੀ ਨੂੰ ਅਗਲੇ ਪੱਧਰ ਦਾ ਕੈਂਸਰ ਹੈ, ਉਸ ਦੀ ਇਮੀਗ੍ਰੇਸ਼ਨ ਵਿਭਾਗ ਦੁਆਰਾ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਤੇ ਕਿਹਾ ਕਿ ਉਸ ਦੀ 31 ਅਕਤੂਬਰ ਤੱਕ ਬਾਂਡ ਉੱਪਰ ਰਿਹਾਈ ਬਾਰੇ ਸੁਣਵਾਈ ਹੋਣੀ ਜ਼ਰੂਰੀ ਹੈ। 40 ਸਾਲ ਦੇ ਰੂਬਨ ਟੋਰਟਸ, ਜਿਸ ਨੂੰ 18 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਉਸ ਦੇ ਵਕੀਲ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਉਸ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਉਸ ਦੇ ਦੇਸ਼ ਨਿਕਾਲੇ ਦਾ ਮਾਮਲਾ ਪ੍ਰਕਿਰਿਆ ਅਧੀਨ ਹੈ। ਸੋ US ਡਿਸਟ੍ਰਿਕਟ ਜੱਜ ਜਰਮੀ ਡੈਨੀਅਲ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਟੋਰਟਸ ਦੀ ਗ੍ਰਿਫਤਾਰੀ ਗੈਰ ਕਾਨੂੰਨੀ ਹੈ ਤੇ ਇਹ ਉਸ ਦੇ ਅਧਿਕਾਰਾਂ ਦੀ ਉਲੰਘਣਾ ਹੈ। ਹਾਲਾਂਕਿ ਇਸ ਦੇ ਨਾਲ ਹੀ ਜੱਜ ਨੇ ਕਿਹਾ ਕਿ ਉਹ ਟੋਰਟਸ ਦੀ ਤੁਰੰਤ ਰਿਹਾਈ ਦੇ ਆਦੇਸ਼ ਨਹੀਂ ਦੇ ਸਕਦੇ। ਜੱਜ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ ਉਸ ਨੂੰ ਪਟੀਸ਼ਨਰ ਨਾਲ ਉਸ ਦੀ ਧੀ ਦੀ ਸਿਹਤ ਸੰਬੰਧੀ ਫਿਕਰਮੰਦੀ ਨੂੰ ਲੈ ਕੇ ਹਮਦਰਦੀ ਹੈ। ਅਦਾਲਤ ਸੰਬੰਧੀ ਸਟੇਟਸ ਦੇ ਨਿਯਮਾਂ ਤਹਿਤ ਕਾਰਵਾਈ ਕਰੋ। ਟੋਰਟਸ ਦੇ ਵਕੀਲ ਨੇ ਜੱਜ ਦੇ ਨਿਰਣੇ ਨੂੰ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਉਹ ਹੁਣ ਇਮੀਗ੍ਰੇਸ਼ਨ ਅਦਾਲਤ ਵਿੱਚ ਜਾਣਗੇ ਤਾਂ ਜੋ ਉਸ ਨੂੰ ਰਿਹਾ ਕਰਵਾਇਆ ਜਾ ਸਕੇ। ਵਕੀਲ ਅਨੁਸਾਰ ਟੋਰਟਸ PR ਲਈ ਦਰਖਾਸਤ ਦੇਵੇਗਾ। ਵਕੀਲ ਅਨੁਸਾਰ ਟੋਰਟਸ 2023 ਵਿੱਚ ਅਮਰੀਕਾ ਆਇਆ ਸੀ। ਟੋਰਟਸ ਦੇ ਉਸ ਦੀ ਸਾਥਣ ਸੈਂਡੀਬੈਲ ਦਾ ਇੱਕ 4 ਸਾਲ ਦਾ ਪੁੱਤਰ ਵੀ ਹੈ। ਮਾਂ ਪੁੱਤ ਦੋਨੋਂ ਅਮਰੀਕੀ ਨਾਗਰਿਕ ਹਨ, ਇਸ ਕਰਕੇ ਹੁਣ ਉਹ ਵੀ ਨਾਗਰਿਕਤਾ ਲਈ ਅਪਲਾਈ ਕਰੇਗਾ। ਡੋਨਾਲਡ ਟਰੰਪ ਨੇ ਰਾਸ਼ਟਰਪਤੀ ਵਜੋਂ ਤੀਜੇ ਕਾਰਜਕਾਲ ਤੋਂ ਇਨਕਾਰ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਨਵੀਨਤਮ MRI ਸਕੈਨ ਸੰਪੂਰਨ ਹੈ ਅਤੇ ਉਹ ਰਾਸ਼ਟਰਪਤੀ ਵਜੋਂ ਤੀਜੇ ਕਾਰਜਕਾਲ ਦੀ ਸੇਵਾ ਕਰਨ ਲਈ ਸਰੀਰਕ ਅਤੇ ਮਾਨਸਿਕ ਤੌਰ ਤੇ ਸਮਰੱਥ ਮਹਿਸੂਸ ਕਰਦੇ ਹਨ ਅਤੇ ਇਸ ਲਈ ਰਾਸ਼ਟਰਪਤੀ ਵਜੋਂ ਤੀਜੇ ਕਾਰਜਕਾਲ ਦੇ ਹੱਕਦਾਰ ਹਨ। ਟਰੰਪ ਨੇ 2028 ਵਿੱਚ ਉਪ ਰਾਸ਼ਟਰਪਤੀ ਲਈ ਚੋਣ ਲੜਨ ਤੋਂ ਸਪਸ਼ਟ ਤੌਰ ਤੇ ਇਨਕਾਰ ਕਰ ਦਿੱਤਾ ਹੈ। ਉਹਨਾਂ ਨੇ ਟੋਕੀਓ ਜਾਂਦੇ ਸਮੇਂ 에ਅਰਫੋਰਸ 1 ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਬਿਆਨ ਦਿੱਤਾ, ਜਦੋਂ ਕਿ ਅਮਰੀਕੀ ਸੰਵਿਧਾਨ ਤੀਜੇ ਕਾਰਜਕਾਲ ਦੀ ਆਗਿਆ ਨਹੀਂ ਦਿੰਦਾ। ਟਰੰਪ ਜੋ 2024 ਵਿੱਚ ਦੂਜੀ ਵਾਰ ਰਾਸ਼ਟਰਪਤੀ ਲਈ ਚੁਣੇ ਗਏ ਸਨ, ਤੀਜੇ ਕਾਰਜਕਾਲ ਲਈ ਚੋਣ ਲੜਨ ਲਈ ਤਿਆਰ ਹਨ।
ਟਰੰਪ ਨੂੰ ਤੀਜੇ ਕਾਰਜਕਾਲ ਲਈ ਚੁਣਨ ਦੇ ਲਈ ਇੱਕ ਸੰਵਿਧਾਨਕ ਸੋਧ ਦੀ ਲੋੜ ਹੋਵੇਗੀ। ਹਾਲਾਂਕਿ ਟਰੰਪ ਦੀ ਰਿਪਬਲਿਕਨ ਪਾਰਟੀ ਕੋਲ ਸੰਵਿਧਾਨ ਵਿੱਚ ਸੋਧ ਕਰਨ ਲਈ ਜ਼ਰੂਰੀ ਬਹੁਮਤ ਦੀ ਘਾਟ ਹੈ। ਅਮਰੀਕਾ ਵਿੱਚ ਸੰਵਿਧਾਨਕ ਸੋਧ ਦੀ ਪ੍ਰਕਿਰਿਆ ਵੀ ਬਹੁਤ ਲੰਬੀ ਹੈ, ਜਿਸ ਕਾਰਨ ਟਰੰਪ ਲਈ ਦੁਬਾਰਾ ਰਾਸ਼ਟਰਪਤੀ ਉਮੀਦਵਾਰ ਬਣਨਾ ਅਤੇ 2028 ਦੀਆਂ ਚੋਣਾਂ ਜਿੱਤਣਾ ਸੰਭਵ ਨਹੀਂ ਜਾਪਦਾ। 에ਅਰ ਫੋਰਸ 1 ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ 2028 ਦੀ ਦੌੜ ਲਈ ਰਿਪਬਲਿਕਨ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਬਾਰੇ ਵੀ ਗੱਲ ਕੀਤੀ। ਉਹਨਾਂ ਨੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਉਪ ਰਾਸ਼ਟਰਪਤੀ JD ਵੈਂਸ ਦਾ ਨਾਂ ਲਿਆ। ਟਰੰਪ ਨੇ ਕਿਹਾ, JD ਵੈਂਸ ਇੱਕ ਮਹਾਨ ਉਪ ਰਾਸ਼ਟਰਪਤੀ ਵੀ ਹਨ। ਮੈਨੂੰ ਨਹੀਂ ਲੱਗਦਾ ਕਿ ਕੋਈ ਉਹਨਾਂ ਦੇ ਵਿਰੁੱਧ ਚੋਣ ਲੜੇਗਾ। ਉਹ ਦੋਵੇਂ ਜਿੱਤ ਸਕਦੇ ਹਨ, ਪਰ ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਵੀ ਦੌੜ ਸਕਦਾ ਹਾਂ। ਦਰਅਸਲ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕੀ ਸੰਵਿਧਾਨ ਦਾ 22ਵਾਂ ਸੋਧ ਰਾਸ਼ਟਰਪਤੀ ਵਜੋਂ ਤੀਜੇ ਕਾਰਜਕਾਲ ਤੇ ਪਾਬੰਦੀ ਲਗਾਉਂਦਾ ਹੈ। ਹਾਲਾਂਕਿ ਲੋਕ ਸੁਝਾਅ ਦਿੰਦੇ ਹਨ ਕਿ ਉਹ ਤੀਜੇ ਕਾਰਜਕਾਲ ਲਈ ਚੋਣ ਲੜ ਸਕਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿਵੇਂ? ਇਹ ਸਵਾਲ ਬਹੁਤ ਵੱਡਾ ਪੈਦਾ ਹੋ ਜਾਂਦਾ ਇੱਥੇ। ਪਹਿਲਾਂ ਉਹ ਪ੍ਰਸਤਾਵਿਤ ਰਾਸ਼ਟਰਪਤੀ ਉਮੀਦਵਾਰ ਦੇ ਨਾਲ ਰਾਸ਼ਟਰਪਤੀ ਲਈ ਚੋਣ ਲੜ ਕੇ ਉਪ ਰਾਸ਼ਟਰਪਤੀ ਬਣ ਸਕਦਾ ਹੈ। ਫਿਰ ਜੇਕਰ ਰਾਸ਼ਟਰਪਤੀ ਅਸਤੀਫਾ ਦੇ ਦਿੰਦਾ ਹੈ ਤਾਂ ਉਪ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਬਣਾਇਆ ਜਾ ਸਕਦਾ ਹੈ। ਟਰੰਪ ਮਲੇਸ਼ੀਆ ਵਿੱਚ ਆਸੀਅਨ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਾਪਾਨ ਪਹੁੰਚੇ ਨੇ। ਇਸ ਤੋਂ ਪਹਿਲਾਂ ਉਹਨਾਂ ਨੇ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਸ਼ਾਂਤੀ ਸੰਧੀ ਦੀ ਵਿਚੋਲਗੀ ਕੀਤੀ ਸੀ ਔਰ ਉਸ ਤੋਂ ਪਹਿਲਾਂ ਦੇ ਇਹਨਾਂ ਦੇ ਬਿਆਨ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਰਾਸ਼ਟਰਪਤੀ ਬਣਨ ਦੇ। ਕੈਨੇਡਾ ਦੇ ਆਕਸਫੋਰਡ ਵਿੱਚ ਇੱਕ ਪ੍ਰਮੁੱਖ ਭਾਰਤੀ ਕਾਰੋਬਾਰੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਦਰਸ਼ਨ ਸਿੰਘ ਸੈਸੀ ਵਜੋਂ ਹੋਈ ਹੈ, ਜੋ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਦਾ ਰਹਿਣ ਵਾਲਾ ਸੀ। ਉਹ ਕੇਨਮ ਇੰਟਰਨੈਸ਼ਨਲ ਦਾ ਪ੍ਰਧਾਨ ਸੀ, ਜਿਸ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਟੈਕਸਟਾਈਲ ਰੀਸਾਈਕਲਿੰਗ ਕੰਪਨੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਪੁਲਿਸ ਦੇ ਅਨੁਸਾਰ ਸੋਮਵਾਰ ਸਵੇਰੇ 9:30 ਵਜੇ ਰਿਜ਼ਵਿਊ ਅਤੇ ਸਮਿਟ ਡਰਾਈਵ ਦੇ ਕੋਨੇ ਤੇ ਆਪਣੀ ਕਾਰ ਵਿੱਚ ਬੈਠੇ ਸੈਸੀ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਪੁਲਿਸ ਮੌਕੇ ਤੇ ਪਹੁੰਚੀ, ਪਰ ਸੈਸੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਵਿੱਚ ਭਾਰੀ ਸੁਰੱਖਿਆ ਘੇਰਾਬੰਦੀ ਕਰ ਦਿੱਤੀ ਅਤੇ ਸਾਵਧਾਨੀ ਵਜੋਂ ਨੇੜਲੇ 3 ਸਕੂਲ ਕੁਝ ਸਮੇਂ ਲਈ ਬੰਦ ਕਰ ਦਿੱਤੇ ਗਏ। ਦਰਸ਼ਨ ਸਿੰਘ ਦੇ ਪੁੱਤਰ ਅਰਪਨ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਵਿਵਾਦ ਨਹੀਂ ਸੀ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਸਮਝ ਨਹੀਂ ਆ ਰਿਹਾ ਹੈ ਅਜਿਹਾ ਕਿਸਨੇ ਅਤੇ ਕਿਉਂ ਕੀਤਾ। ਕੋਈ ਧਮਕੀ ਨਹੀਂ ਸੀ, ਕੋਈ ਬਲੈਕਮੇਲ ਨਹੀਂ ਸੀ, ਕੋਈ ਜਬਰੀ ਵਸੂਲੀ ਦੀ ਮੰਗ ਨਹੀਂ ਸੀ। ਉਹਨਾਂ ਦੇ ਪੁੱਤਰ ਨੇ ਕਿਹਾ ਕਿ ਮੇਰੇ ਪਿਤਾ ਪੰਜਾਬ ਵਿੱਚ ਇੱਕ ਕਿਸਾਨ ਸਨ, ਫਿਰ ਇੱਕ ਕਰੂਜ਼ ਜਹਾਜ਼ ਤੇ ਕੰਮ ਕਰਦੇ ਸਨ, ਫਿਰ ਕੈਨੇਡਾ ਆਏ ਅਤੇ ਇੱਕ ਕਾਰੋਬਾਰ ਸ਼ੁਰੂ ਕੀਤਾ। ਉਹ ਹਮੇਸ਼ਾ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਸਨ। ਰਿਪੋਰਟਾਂ ਦੇ ਅਨੁਸਾਰ ਦਰਸ਼ਨ ਸਥਾਨਕ ਪੰਜਾਬੀ ਭਾਈਚਾਰੇ ਵਿੱਚ ਆਪਣੀ ਵਿੱਤੀ ਸਹਾਇਤਾ ਅਤੇ ਸਮਾਜ ਸੇਵਾ ਲਈ ਪ੍ਰਸਿੱਧ ਸੀ। ਉਹਨਾਂ ਦੇ ਪੁੱਤਰ ਨੇ ਕਿਹਾ, ਹਰ ਰੋਜ਼ ਕੋਈ ਨਾ ਕੋਈ ਉਹਨਾਂ ਤੋਂ ਮਦਦ ਮੰਗਦਾ ਸੀ ਅਤੇ ਉਹਨਾਂ ਦੇ ਪਿਤਾ ਨੇ ਕਦੇ ਵੀ ਕਿਸੇ ਨੂੰ ਇਨਕਾਰ ਨਹੀਂ ਕੀਤਾ ਸੀ। ਆਕਸਫੋਰਡ ਪੁਲਿਸ ਨੇ ਕਤਲ ਦੇ ਪਿੱਛੇ ਦੇ ਉਦੇਸ਼ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਸ਼ੁਰੂਆਤੀ ਜਾਂਚ ਨਿਸ਼ਾਨਾ ਬਣਾ ਕੇ ਕੀਤੀ ਗਈ ਹਿੰਸਾ ਦਾ ਸੰਕੇਤ ਦਿੰਦੀ ਹੈ, ਪਰ ਉਦੇਸ਼ ਅਜੇ ਵੀ ਸਪਸ਼ਟ ਨਹੀਂ ਹੈ। ਜਾਂਚ ਨੂੰ ਅੱਗੇ ਏਕੀਕ੍ਰਿਤ ਕਤਲ ਜਾਂਚ ਟੀਮ ਨੂੰ ਸੌਂਪ ਦਿੱਤਾ ਗਿਆ। ਵਰਤਮਾਨ ਵਿੱਚ ਖੇਤਰ ਵਿੱਚ ਤਣਾਅ ਬਣਿਆ ਹੋਇਆ ਹੈ ਅਤੇ ਪੁਲਿਸ ਚੌਕਸ ਹੈ। ਯੂਕੇ ਦੇ ਵੈਸਟ ਮਿਡਲੈਂਡਸ ਇਲਾਕੇ ਵਿੱਚ ਨਸਲੀ ਨਫ਼ਰਤ ਨਾਲ ਜੁੜਿਆ ਇੱਕ ਹੋਰ ਵੱਡਾ ਤੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੇ ਵਾਲਸਾਲ ਦੇ ਪਾਰਕ ਹਾਲ ਵਿੱਚ ਇੱਕ 20 ਸਾਲਾਂ ਦੀ ਭਾਰਤੀ ਮੂਲ ਦੀ ਕੁੜੀ ਨੂੰ ਨਸਲੀ ਨਫ਼ਰਤ ਦੇ ਕਾਰਨ ਹਵਸ ਦਾ ਸ਼ਿਕਾਰ ਬਣਾਇਆ ਗਿਆ। ਸਥਾਨਕ ਕਮਿਊਨਿਟੀ ਗਰੁੱਪਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੀੜਤਾ ਇੱਕ ਪੰਜਾਬੀ ਕੁੜੀ ਦੱਸੀ ਜਾ ਰਹੀ ਹੈ। ਪੁਲਿਸ ਨੂੰ ਸ਼ਨੀਵਾਰ ਸ਼ਾਮ ਨੂੰ ਸੜਕ ਤੇ ਇੱਕ ਔਰਤ ਤੇ ਮੁਸੀਬਤ 'ਚ ਹੋਣ ਦੀ ਜਾਣਕਾਰੀ ਮਿਲੀ ਸੀ। ਸਥਾਨਕ ਸੂਤਰਾਂ ਨੇ ਦੱਸਿਆ ਕਿ ਹਮਲਾਵਰ ਨੇ ਔਰਤ ਦੇ ਘਰ ਦਾ ਦਰਵਾਜ਼ਾ ਤੋੜ ਦਿੱਤਾ ਸੀ। ਵੈਸਟ ਮਿਡਲੈਂਡਸ ਪੁਲਿਸ ਨੇ ਇਸ ਹਮਲੇ ਨੂੰ ਨਸਲੀ ਰੂਪ ਵਿੱਚ ਪ੍ਰੇਰਿਤ ਅਪਰਾਧ ਮੰਨ ਕੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਡਿਟੈਕਟਿਵ ਸੁਪਰਡੈਂਟ ਰੋਨਨ ਟਾਇਰਰ ਨੇ ਇਸ ਨੂੰ ਇੱਕ ਔਰਤ ਤੇ ਬੇहद ਭਿਆਨਕ ਹਮਲਾ ਦੱਸਿਆ ਅਤੇ ਕਿਹਾ ਕਿ ਮੁਲਜ਼ਮ ਨੂੰ ਫੜਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਇੱਕ ਗੋਰੇ ਸ਼ੱਕੀ ਦੀ ਤਲਾਸ਼ ਵਿੱਚ ਉਸ ਦੇ CCTV ਫੁਟੇਜ ਜਾਰੀ ਕੀਤੇ ਹਨ, ਜਿਸ ਦੀ ਉਮਰ ਲਗਭਗ 30 ਸਾਲ ਦੱਸੀ ਜਾ ਰਹੀ ਹੈ ਤੇ ਉਸ ਦੇ ਵਾਲ ਛੋਟੇ ਹਨ। ਪੁਲਿਸ ਆਮ ਲੋਕਾਂ ਨੂੰ ਵੀ ਅਪੀਲ ਕਰ ਰਹੀ ਹੈ ਕਿ ਜੇਕਰ ਉਹਨਾਂ ਕੋਲ ਕੋਈ ਡੈਸ਼ ਕੈਮ ਫੁਟੇਜ ਜਾਂ ਕੋਈ ਹੋਰ ਅਹਿਮ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਹ ਤਾਜ਼ਾ ਘਟਨਾ ਇਸ ਲਈ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪਿਛਲੇ 2 ਮਹੀਨਿਆਂ ਵਿੱਚ 20 ਸਾਲਾਂ ਦੀਆਂ ਔਰਤਾਂ ਨਾਲ ਨਸਲੀ ਤੌਰ ਤੇ ਪ੍ਰੇਰਿਤ ਜਬਰ ਜਨਾਹ ਦੀ ਇਹ ਦੂਜੀ ਘਟਨਾ ਹੈ। ਕੁਝ ਹਫ਼ਤੇ ਪਹਿਲਾਂ ਵੀ ਓਲਡਬਰੀ ਇਲਾਕੇ ਵਿੱਚ ਵੀ ਇੱਕ ਬ੍ਰਿਟਿਸ਼ ਸਿੱਖ ਔਰਤ ਨਾਲ ਇਸੇ ਤਰ੍ਹਾਂ ਜਬਰ ਜਨਾਹ ਕੀਤਾ ਗਿਆ ਸੀ ਤੇ ਉਸ ਤੇ ਨਸਲੀ ਟਿੱਪਣੀਆਂ ਕਰਦੇ ਹੋਏ ਉਸ ਨੂੰ ਦੇਸ਼ ਛੱਡਣ ਬਾਰੇ ਕਿਹਾ ਗਿਆ ਸੀ। ਵਾਲਸਾਲ ਪੁਲਿਸ ਦੇ ਮੁੱਖ ਸੁਪਰਡੈਂਟ ਫਿਲ ਨੇ ਸਵੀਕਾਰ ਕੀਤਾ ਹੈ ਕਿ ਇਸ ਘਟਨਾ ਕਾਰਨ ਲੋਕਾਂ ਵਿੱਚ ਡਰ ਅਤੇ ਚਿੰਤਾ ਪੈਦਾ ਹੋਵੇਗੀ, ਪਰ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਲਾਕੇ 'ਚ ਪੁਲਿਸ ਦੀ ਮੌਜੂਦਗੀ ਵਧਾਈ ਜਾਵੇਗੀ।
ਐਤਵਾਰ ਨੂੰ ਦੱਖਣੀ ਚੀਨ ਸਾਗਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਇੱਕ ਅਮਰੀਕੀ ਜਲ ਸੈਨਾ ਦਾ ਲੜਾਕੂ ਜਹਾਜ਼ ਅਤੇ ਇੱਕ ਹੈਲੀਕਾਪਟਰ ਨਿਯਮਿਤ ਫੌਜੀ ਕਾਰਵਾਈਆਂ ਦੌਰਾਨ ਹਾਦਸਾਗ੍ਰਸਤ ਹੋ ਗਿਆ। ਸ਼ੁਕਰ ਹੈ ਕਿ ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਆਸੀਆਨ ਸੰਮੇਲਨ ਲਈ ਕੁਆਲਾਲੰਪੁਰ ਵਿੱਚ ਸਨ। ਅਮਰੀਕੀ ਜਲ ਸੈਨਾ ਦੇ ਅਨੁਸਾਰ ਐਤਵਾਰ ਨੂੰ ਦੱਖਣੀ ਚੀਨ ਸਾਗਰ ਵਿੱਚ 2 ਅਮਰੀਕੀ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਏ। ਪਹਿਲੀ ਘਟਨਾ ਵਿੱਚ ਇੱਕ MH-60R ਸੀ ਹੌਕ ਹੈਲੀਕਾਪਟਰ ਸ਼ਾਮਲ ਸੀ ਜੋ USS ਨਿਮਿਟਸ ਤੋਂ ਰੂਟੀਨ ਆਪਰੇਸ਼ਨ ਕਰਦੇ ਸਮੇਂ ਦੱਖਣੀ ਚੀਨ ਸਾਗਰ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ। ਜਲ ਸੈਨਾ ਨੇ ਕਿਹਾ ਹੈ ਕਿ ਇੱਕ ਖੋਜ ਟੀਮ ਨੇ ਜਹਾਜ਼ ਵਿੱਚ ਸਵਾਰ ਤਿੰਨੋਂ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ ਹੈ। ਹਾਦਸੇ ਤੋਂ ਲਗਭਗ 30 ਮਿੰਟ ਬਾਅਦ ਇੱਕ ਬੋਇੰਗ AFA-18F ਸੁਪਰ ਹੋਰਨੇਟ ਲੜਾਕੂ ਜਹਾਜ਼ ਉਸੇ ਜਹਾਜ਼ ਵਾਹਕ ਤੋਂ ਇੱਕ ਰੂਟੀਨ ਕਾਰਵਾਈ ਦੌਰਾਨ ਦੱਖਣੀ ਚੀਨ ਸਾਗਰ ਵਿੱਚ ਹਾਦਸਾਗ੍ਰਸਤ ਹੋ ਗਿਆ। ਅਮਰੀਕੀ ਜਲ ਸੈਨਾ ਨੇ ਰਿਪੋਰਟ ਦਿੱਤੀ ਕਿ ਦੋਵੇਂ ਚਾਲਕ ਦਲ ਦੇ ਮੈਂਬਰ ਸਫਲਤਾਪੂਰਵਕ ਬਾਹਰ ਨਿਕਲ ਗਏ। ਇਸ ਸਾਲ ਦੇ ਸ਼ੁਰੂ ਵਿੱਚ 2 ਅਮਰੀਕੀ ਜੰਗੀ ਜਹਾਜ਼ ਵੀ ਮੱਧ ਪੂਰਬ ਵਿੱਚ ਕੰਮ ਕਰਦੇ ਹੋਏ USS ਹੈਰੀ ਐਸ ਟਰੂਮੈਨ ਜਹਾਜ਼ ਵਾਹਕ ਤੋਂ ਹਾਦਸਾਗ੍ਰਸਤ ਹੋ ਗਏ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਸਲਾ ਦੇ ਸੰਸਥਾਪਕ ਅਤੇ ਉਹਨਾਂ ਦੇ ਲੰਬੇ ਸਮੇਂ ਤੋਂ ਸਹਿਯੋਗੀ ਐਲਨ ਮਸਕ ਦੀ ਤਾਰੀਫ ਕੀਤੀ। ਉਹਨਾਂ ਨੇ ਕਿਹਾ ਕਿ ਮਸਕ ਇੱਕ ਬਹੁਤ ਵਧੀਆ ਤੇ ਯੋਗ ਵਿਅਕਤੀ ਹੈ। ਉਹਨਾਂ ਨੇ ਵੀ ਕਿਹਾ ਐਲਨ ਇੱਕ ਚੰਗਾ ਵਿਅਕਤੀ ਹੈ ਅਤੇ ਬਹੁਤ ਬੁੱਧੀਮਾਨ ਵੀ ਹੈ। ਮੈਨੂੰ ਉਹ ਪਸੰਦ ਹੈ ਤੇ ਮੈਨੂੰ ਲੱਗਦਾ ਹੈ ਕਿ ਮੈਂ ਹਮੇਸ਼ਾ ਉਸ ਨੂੰ ਪਸੰਦ ਕਰਦਾ ਰਹਾਂਗਾ। ਟਰੰਪ ਅਤੇ ਮਸਕ ਦੇ ਬਹੁਤ ਚੰਗੇ ਰਿਸ਼ਤੇ ਸਨ, ਪਰ ਜੂਨ 2025 ਵਿੱਚ ਉਹਨਾਂ ਦਾ ਵਨ ਬਿਗ ਬਿਊਟੀਫੁਲ ਬਿੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਮਸਕ ਨੇ ਟਰੰਪ ਨੂੰ ਨਾਸ਼ੁਕਰਾ ਤੱਕ ਕਹਿ ਦਿੱਤਾ ਸੀ, ਜਿਸ ਕਾਰਨ ਟਰੰਪ ਨੇ ਉਹਨਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਧਮਕੀ ਦਿੱਤੀ ਸੀ। ਹਾਲਾਂਕਿ ਸਤੰਬਰ ਵਿੱਚ ਰੂੜੀਵਾਦੀ ਨੇਤਾ ਚਾਰਲੀ ਕਿਰਕ ਦੀ ਹੱਤਿਆ ਤੋਂ ਬਾਅਦ ਦੋਵਾਂ ਨੇ ਆਪਣੀ ਦੁਸ਼ਮਣੀ ਨੂੰ ਇੱਕ ਪਾਸੇ ਰੱਖ ਦਿੱਤਾ ਅਤੇ ਸ਼ਰਧਾਂਜਲੀ ਸਮਾਰੋਹ ਵਿੱਚ ਇਕੱਠੇ ਦਿਖਾਈ ਦਿੱਤੇ ਸਨ। ਉੱਥੇ ਟਰੰਪ ਅਤੇ ਮਸਕ ਨੇ ਹੱਥ ਮਿਲਾਇਆ ਅਤੇ ਗੱਲਬਾਤ ਵੀ ਕੀਤੀ। ਸੰਘੀ ਸਰਕਾਰ ਸ਼ਹਿਰ ਤੋਂ ਬਾਹਰ ਵਿਕਸਿਤ ਖੇਤਰਾਂ 'ਚ ਬਿਨਾਂ ਸਪਸ਼ਟ ਗਤੀ ਸੀਮਾ ਦੇ ਸੰਕੇਤ ਵਾਲੀਆਂ ਸੜਕਾਂ ਤੇ ਮੌਜੂਦਾ ਨਿਰਧਾਰਤ 100 ਕਿਲੋਮੀਟਰ ਪ੍ਰਤੀ ਘੰਟਾ ਦੀ ਵਹੀਕਲ ਗਤੀ ਸੀਮਾ ਨੂੰ ਘਟਾਉਣ ਦੇ ਪ੍ਰਸਤਾਵ ਤੇ ਜਨਤਾ ਤੋਂ ਸਲਾਹ ਮੰਗ ਰਹੀ ਹੈ। ਜੀ ਹਾਂ, ਆਸਟ੍ਰੇਲੀਆ ਦੇ ਵਿੱਚ ਇੱਕ ਹਾਦਸੇ ਨੂੰ ਘਟਾਉਣ ਵਾਸਤੇ ਇਹ ਸਲਾਹ ਮੰਗੀ ਜਾ ਰਹੀ ਹੈ। ਇਸ ਲਈ ਰਾਸ਼ਟਰੀ ਸੜਕ ਸੁਰੱਖਿਆ ਕਾਰਜ ਯੋਜਨਾ 2023 ਤੇ 25 ਦੇ ਤਹਿਤ ਸੜਕ ਤੇ ਮੌਤਾਂ ਦੀ ਗਿਣਤੀ ਨੂੰ ਘਟਾਉਣ ਦੇ ਤਰੀਕੇ ਵਜੋਂ ਸੜਕ ਦੇ ਆਧਾਰ ਤੇ 90 ਕਿਲੋਮੀਟਰ ਪ੍ਰਤੀ ਘੰਟਾ ਅਤੇ 60 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਗਤੀ ਸੀਮਾਵਾਂ ਦੀ ਇੱਕ ਰੇਂਜ ਦਾ ਸੁਝਾਅ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਇਸ ਵਿੱਚ ਫ੍ਰੀਵੇ ਅਤੇ ਮੁੱਖ ਸੜਕਾਂ ਸ਼ਾਮਲ ਨਹੀਂ ਹੋਣਗੀਆਂ ਕਿਉਂਕਿ ਉਹਨਾਂ ਤੇ ਸਪਸ਼ਟ ਗਤੀ ਸੀਮਾ ਤੇ ਸੰਕੇਤ ਲਿਖੇ ਹੁੰਦੇ ਹਨ। ਸੰਘੀ ਸਰਕਾਰ ਦੇ ਅਨੁਸਾਰ 2023 ਵਿੱਚ ਆਸਟ੍ਰੇਲੀਆ ਵਿੱਚ 8,60,000 ਕਿਲੋਮੀਟਰ ਸੀਲਬੰਦ ਸੜਕਾਂ ਸਨ ਜੋ ਕਿ ਸੜਕ ਨੈਟਵਰਕ ਦਾ ਲਗਭਗ 66% ਬਣਦੀਆਂ ਹਨ। 2020 ਅਤੇ 2024 ਦੇ ਵਿਚਕਾਰ ਪ੍ਰਤੀ 1 ਲੱਖ ਲੋਕਾਂ ਤੇ ਸੜਕੀ ਮੌਤਾਂ ਵਿੱਚ 10% ਵਾਧਾ ਹੋਇਆ। ਪਿਛਲੇ ਸਾਲ 1294 ਸੜਕੀ ਮੌਤਾਂ ਹੋਈਆਂ। ਆਸਟ੍ਰੇਲੀਅਨ ਟਰੱਕਿੰਗ ਐਸੋਸੀਏਸ਼ਨ ਨੇ ਇਸ ਫੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਟਰੱਕ ਅਕਸਰ ਬਿਨਾਂ ਗਤੀ ਸੀਮਾ ਵਾਲੀਆਂ ਸੜਕਾਂ ਦੀ ਵਰਤੋਂ ਕਰਦੇ ਹਨ। ਮਾਲ ਦੀ ਢੋਆ-ਢੁਆਈ ਦੀ ਲਾਗਤ, ਯਾਤਰਾ ਕੀਤੀ ਗਈ ਦੂਰੀ ਅਤੇ ਲੱਗਣ ਵਾਲੇ ਸਮੇਂ ਨਾਲ ਸੰਬੰਧਿਤ ਹੈ। ਬਾਰਕਰ ਦੇ ਸੰਘੀ ਮੈਂਬਰ ਟੋਨੀ ਨੇ ਕਿਹਾ ਹੈ ਕਿ ਜੋ ਖੇਤਰੀ ਦੱਖਣੀ ਆਸਟ੍ਰੇਲੀਆ ਦੇ ਇੱਕ ਵੱਡੇ ਹਿੱਸੇ ਨੂੰ ਕਵਰ ਕਰਦਾ ਹੈ ਕਿ ਉਤਪਾਦਕਤਾ ਅਤੇ ਸੁਰੱਖਿਆ ਵਿਚਕਾਰ ਸੰਤੁਲਨ ਹੋਣਾ ਜ਼ਰੂਰੀ ਹੈ। ਸੋ ਉਹਨਾਂ ਨੇ ਕਿਹਾ ਸਾਨੂੰ ਆਪਣੀਆਂ ਸੜਕਾਂ ਨੂੰ ਸੁਰੱਖਿਅਤ ਅਤੇ ਢੁਕਵੀਂ ਸਥਿਤੀ ਵਿੱਚ ਮੁਰੰਮਤ ਵਿੱਚ ਬਣਾਈ ਰੱਖਣ ਲਈ ਕਾਫੀ ਪੈਸਾ ਖਰਚ ਕਰਨ ਦੀ ਲੋੜ ਹੈ। ਚੇਅਰਮੈਨ ਮਾਰਕ ਪੈਰੀ ਨੇ ਕਿਹਾ ਕਿ ਮੈਨੂੰ ਚਿੰਤਾ ਹੈ ਕਿ ਇਸ ਨਾਲ ਲੰਬੇ ਸਮੇਂ ਦੀ ਗਤੀ ਵਿੱਚ ਕਮੀ ਆਵੇਗੀ ਜਿਸ ਦਾ ਪੇਂਡੂ ਖੇਤਰਾਂ ਵਿੱਚ ਉਤਪਾਦਕਤਾ ਅਤੇ ਰਹਿਣ-ਸਹਿਣ ਤੇ ਪ੍ਰਭਾਵ ਪਵੇਗਾ। ਮੈਡਾਗਸਕਰ ਦੇ ਫੌਜੀ ਸ਼ਾਸਨ ਨੇ ਤਖਤਾ ਪਲਟ ਕਰਨ ਤੋਂ ਇੱਕ ਹਫ਼ਤੇ ਬਾਅਦ ਹੀ ਵੱਡਾ ਕਦਮ ਚੁੱਕਦਿਆਂ ਬੇਦਖਲ ਰਾਸ਼ਟਰਪਤੀ ਐਂਡਰੀ ਰਾਜੋਏਲਿਨਾ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਰਾਜੋਏਲਿਨਾ ਅਸਤੀਫੇ ਦੀ ਮੰਗ ਨੂੰ ਲੈ ਕੇ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਦੇਸ਼ ਛੱਡ ਕੇ ਕਿਸੇ ਅਣਦੱਸੀ ਥਾਂ ਤੇ ਚਲੇ ਗਏ ਹਨ। ਉਹਨਾਂ ਕੋਲ ਫਰਾਂਸੀਸੀ ਨਾਗਰਿਕਤਾ ਵੀ ਹੈ। ਦੇਸ਼ ਦੇ ਨਵ ਨਿਯੁਕਤ ਪ੍ਰਧਾਨ ਮੰਤਰੀ ਹੈਰਿੰਤ ਸਲਾਮਾ ਰਾਜੋਨਾਰੀਵੇਲੋ ਨੇ ਇੱਕ ਕਾਨੂੰਨ ਲਾਗੂ ਕਰਨ ਵਾਲੇ ਨਿਰਦੇਸ਼ ਤੇ ਦਸਤਖਤ ਕੀਤੇ ਹਨ ਜੋ ਦੂਜੇ ਦੇਸ਼ ਦੀ ਨਾਗਰਿਕਤਾ ਰੱਖਣ ਵਾਲੇ ਮੈਡਾਗਸਕਰ ਵਾਸੀਆਂ ਦੀ ਨਾਗਰਿਕਤਾ ਰੱਦ ਕਰਦਾ ਹੈ। ਰਾਜੋਏਲਿਨਾ ਦੀ ਫਰਾਂਸੀਸੀ ਨਾਗਰਿਕਤਾ ਨੇ ਪਹਿਲਾਂ 2023 ਦੀਆਂ ਚੋਣਾਂ ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਦੀ ਉਸਦੀ ਯੋਗਤਾ ਬਾਰੇ ਬਹਿਸ ਛੇੜ ਦਿੱਤੀ ਸੀ। ਹਾਲਾਂਕਿ ਉਹਨਾਂ ਨੇ ਚੋਣ ਜਿੱਤ ਲਈ ਸੀ।
ਤੁਰਕੀ ਵਿੱਚ ਇੱਕ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6.1 ਮਾਪੀ ਗਈ। ਇਸ ਦਾ ਕੇਂਦਰ ਤੁਰਕੀ ਦੇ ਪੱਛਮੀ ਬਾਲਿਕੇਸਿਰ ਰਾਜ ਦੇ ਸਿੰਦਰਗੀ ਜ਼ਿਲ੍ਹੇ ਵਿੱਚ ਧਰਤੀ ਤੋਂ 5.99 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਭੂਚਾਲ ਇਸਤਾਂਬੁਲ, ਬਰਸਾ, ਮਨੀਸਾ ਅਤੇ ਇਜ਼ਮੀਰ ਸੂਬਿਆਂ ਵਿੱਚ ਮਹਿਸੂਸ ਕੀਤਾ ਗਿਆ। ਗ੍ਰਹਿ ਮੰਤਰੀ ਅਲੀ ਨੇ ਦੱਸਿਆ ਕਿ ਸਿੰਦਰਗੀ ਸ਼ਹਿਰ ਵਿੱਚ 3 ਖਾਲੀ ਇਮਾਰਤਾਂ ਅਤੇ ਇੱਕ 2 ਮੰਜ਼ਿਲਾ ਦੁਕਾਨ ਢਹਿ ਗਈ ਹੈ। ਭੂਚਾਲ ਕਾਰਨ 22 ਲੋਕ ਜ਼ਖਮੀ ਹੋ ਗਏ। ਬਾਲਿਕੇਸਿਰ ਦੇ ਗਵਰਨਰ ਇਸਮਾइल ਦੇ ਅਨੁਸਾਰ ਇਹ ਜ਼ਿਆਦਾਤਰ ਘਬਰਾਹਟ ਕਾਰਨ ਭੱਜਣ ਦੌਰਾਨ ਪੈਰਾਂ ਤੋਂ ਡਿੱਗਣ ਕਾਰਨ ਹੋਇਆ। ਸਿੰਦਰਗੀ ਵਿੱਚ 2 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਤੁਰਕੀ ਦੇ ਰਾਸ਼ਟਰਪਤੀ ਰੈਸੇਪ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਪ੍ਰਾਰਥਨਾ ਕੀਤੀ ਹੈ। ਤੁਰਕੀ ਲਈ ਟੈਕਟੋਨਿਕ ਪਲੇਟਾਂ ਤੇ ਸਥਿਤ ਹੋਣ ਕਾਰਨ ਅਕਸਰ ਭੂਚਾਲ ਤੋਂ ਪ੍ਰਭਾਵਿਤ ਹੁੰਦਾ ਹੈ। 2023 ਵਿੱਚ ਇੱਕ ਵਿਨਾਸ਼ਕਾਰੀ ਭੂਚਾਲ ਆਇਆ ਸੀ ਜਿਸ ਦੀ ਤੀਬਰਤਾ 7.8 ਸੀ, ਜਿਸ ਨਾਲ ਤੁਰਕੀ ਅਤੇ ਸੀਰੀਆ ਵਿੱਚ 50,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। रूस ने पूरी दुनिया ਨੂੰ ਹਿਲਾ ਕੇ ਰੱਖ ਦਿੱਤਾ ਹੈ क्योंकि इसने ਉਹ ਉਪਲਬਧੀ ਹਾਸਲ ਕੀਤੀ ਹੈ ਜੋ ਦੁਨੀਆ ਨਹੀਂ ਕਰ ਸਕੇ। रूस ने अपनी पहली परमाणु मिसाइल विकसित ਕੀਤੀ ਹੈ। ਇਹ ਬਹੁਤ ਖਤਰਨਾਕ ਹੈ। ਇਸ ਮਿਸਾਈਲ ਨੇ ਟਰੰਪ ਨੂੰ ਗੁੱਸਾ ਦਿੱਤਾ ਹੈ ਅਤੇ ਯੁੱਧ ਦਾ ਇੱਕ ਨਵਾਂ ਖਤਰਾ ਪੈਦਾ ਕਰ ਦਿੱਤਾ ਹੈ। ਇੱਕ ਪਰਮਾਣੂ ਮਿਸਾਈਲ ਹੈ ਜਿਸ ਬਾਰੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕਹਿੰਦੇ ਹਨ ਕਿ ਇਹ ਕਿਸੇ ਵੀ ਰੱਖਿਆ ਪ੍ਰਣਾਲੀ ਨੂੰ ਬਾਈਪਾਸ ਕਰ ਸਕਦਾ ਹੈ। ਪੁਤਿਨ ਨੇ ਕਿਹਾ ਹੈ ਕਿ ਦੇਸ਼ ਹੁਣ ਮਿਸਾਈਲ ਤੈਨਾਤ ਕਰਨ ਵੱਲ ਵਧੇਗਾ। 1 ਅਕਤੂਬਰ ਨੂੰ ਕੀਤਾ ਗਿਆ ਇਹ ਪ੍ਰੀਖਣ ਇੱਕ ਪਰਮਾਣੂ ਅਭਿਆਸ ਦੇ ਨਾਲ ਮੇਲ ਖਾਂਦਾ ਸੀ ਅਤੇ ਇਸ ਨੂੰ ਇੱਕ ਸੰਕੇਤ ਵਜੋਂ ਦੇਖਿਆ ਗਿਆ ਸੀ ਕਿ ਮਾਸਕੋ ਯੂਕਰੇਨ ਵਿੱਚ ਜੰਗ ਨੂੰ ਲੈ ਕੇ ਪੱਛਮੀ ਦਬਾਅ ਅੱਗੇ ਕਦੇ ਨਹੀਂ ਝੁਕੇਗਾ। ਮਿਸਾਈਲ ਨੇ ਲਗਭਗ 14,000 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਲਗਭਗ 15 ਘੰਟਿਆਂ ਤੱਕ ਹਵਾ ਵਿੱਚ ਰਹੇ। ਐਤਵਾਰ ਨੂੰ ਕ੍ਰੈਮਲਿਨ ਦੇ ਇੱਕ ਬਿਆਨ ਦੇ ਅਨੁਸਾਰ ਇਹ ਇੱਕ ਵਿਲੱਖਣ ਹਥਿਆਰ ਹੈ ਜੋ ਦੁਨੀਆ ਵਿੱਚ ਕਿਸੇ ਹੋਰ ਕੋਲ ਨਹੀਂ ਹੈ। ਛਲਾਵੇ ਵਾਲੇ ਕੱਪੜੇ ਪਹਿਨੇ ਪੁਤਿਨ ਨੇ ਯੂਕਰੇਨ ਵਿੱਚ ਯੁੱਧ ਦੀ ਨਿਗਰਾਨੀ ਕਰ ਰਹੇ ਜਨਰਲਸ ਨਾਲ ਇੱਕ ਮੀਟਿੰਗ ਦੌਰਾਨ ਕਿਹਾ। 2018 ਵਿੱਚ ਪਹਿਲੀ ਵਾਰ 9M730 ਬੁਰੇਵੈਸਟਨਿਕ ਨੂੰ ਦਿਖਾਉਣ ਤੋਂ ਬਾਅਦ ਪੁਤਿਨ ਨੇ ਇਸ ਨੂੰ ਅਮਰੀਕੀ ਮਿਸਾਈਲ ਰੱਖਿਆ ਪ੍ਰੋਗਰਾਮ ਪ੍ਰਤੀ ਮਾਸਕੋ ਦਾ ਜਵਾਬ ਦੱਸਿਆ। ਭਾਰਤੀ ਫਿਲਮ ਅਦਾਕਾਰ ਸਲਮਾਨ ਖਾਨ ਦਾ ਬਲੋਚਿਸਤਾਨ ਬਾਰੇ ਬਿਆਨ ਇੱਕ ਵਾਰ ਫੇਰ ਖਬਰਾਂ 'ਚ ਹੈ। ਸੋਸ਼ਲ ਮੀਡੀਆ ਤੇ ਵਾਇਰਲ ਇੱਕ ਪੱਤਰ ਦੇ ਆਧਾਰ ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਸਲਮਾਨ ਖਾਨ ਨੂੰ ਟੈਰਰ ਵਾਚ ਲਿਸਟ 'ਚ ਪਾ ਦਿੱਤਾ ਹੈ। ਇਸ ਦਾ ਕਾਰਨ ਸਾਊਦੀ ਅਰਬ ਵਿੱਚ ਸਲਮਾਨ ਦਾ ਬਿਆਨ ਹੈ ਜਿਸ ਵਿੱਚ ਉਸਨੇ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਵੱਖਰਾ ਦਿੱਤਾ ਸੀ। ਸੋ ਇਸ ਪੱਤਰ ਦੇ ਸਾਹਮਣੇ ਆਉਣ ਤੋਂ ਬਾਅਦ ਵੱਖਵਾਦੀ ਬਲੋਚ ਨੇਤਾ ਮੀਰ ਯਾਰ ਬਲੋਚ ਨੇ ਸਲਮਾਨ ਅਤੇ ਕਈ ਬਾਲੀਵੁੱਡ ਅਦਾਕਾਰਾਂ ਬਾਰੇ ਇੱਕ ਬਿਆਨ ਜਾਰੀ ਕੀਤਾ ਹੈ। ਭਾਰਤੀ ਅਦਾਕਾਰਾਂ ਨੂੰ ਲੈ ਕੇ ਮੀਰ ਵੱਲੋਂ ਦਿੱਤੇ ਬਿਆਨ ਨਾਲ ਪਾਕਿਸਤਾਨ ਦਾ ਗੁੱਸਾ ਹੋਰ ਵੱਧ ਸਕਦਾ ਹੈ। ਮੀਰ ਯਾਰ ਬਲੋਚ ਨੇ ਇੱਕ ਟਵੀਟ ਵਿੱਚ ਕਿਹਾ ਕਿ ਬਲੋਚ ਭਾਰਤ ਦੋਸਤੀ ਦੇ ਹਿੱਸੇ ਵਜੋਂ ਬਲੋਚਿਸਤਾਨ ਗਣਰਾਜ ਨੇ ਭਾਰਤੀ ਕਲਾਕਾਰਾਂ ਨੂੰ ਬਲੋਚਿਸਤਾਨ ਦੇ ਬ੍ਰਾਂਡ ਐਂਬੈਸਡਰ ਵਜੋਂ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਇਹ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਸਲਮਾਨ ਖਾਨ, ਰਜਨੀਕਾਂਤ, ਸ਼ਿਵਾਜੀ ਰਾਓ ਗਾਇਕਵਾੜ, ਅਮਿਤਾਭ ਬੱਚਨ, ਹਰਿਵੰਸ਼ ਰਾਏ ਬੱਚਨ, ਸ਼ਾਹਰੁਖ ਖਾਨ ਅਤੇ ਮਾਧੁਰੀ ਦੀਕਸ਼ਿਤ ਸ਼ਾਮਲ ਹਨ ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ, ਜਿਨ੍ਹਾਂ ਨੂੰ ਬ੍ਰਾਂਡ ਐਂਬੈਸਡਰ ਬਣਾਇਆ ਜਾਏਗਾ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਜੀ ਬਹੁਤ ਬਹੁਤ ਧੰਨਵਾਦ।